ਸਤਿ ਸ਼੍ਰੀ ਅਕਾਲ। ਲੋਕਰਾਣ ਪੰਜਾਬੀ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਜੀ ਆ। ਧੰਨਵਾਦ ਜੀ, ਬਹੁਤ ਬਹੁਤ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਰੋਤਿਆਂ ਦਾ ਰੂਬਰੂ ਕਰਾਇਆ ਜੀ। ਦੋਸਤੋ, ਅੱਜ ਧਾਲੀਵਾਲ ਸਾਹਿਬ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਗੱਲਬਾਤ ਦਾ ਵਿਸ਼ਾ ਹੈਗਾ ਕਿ ਕਿਸਾਨ ਜੰਤਰ ਮੰਤਰ ਦੇ ਉੱਤੇ ਕਿਸਾਨਾਂ ਦਾ ਧਰਨਾ। ਖਾਸ ਕਰਕੇ ਇੱਕ ਚਿਹਰਾ SKM ਦੇ ਲੀਡਰ ਵਜੋਂ ਉੱਭਰਿਆ ਸੀ ਜਗਜੀਤ ਸਿੰਘ ਡੱਲੇਵਾਲ, ਸਿੱਧੂਪੁਰ ਯੂਨੀਅਨ ਦੇ ਪ੍ਰਧਾਨ ਨੇ। ਉਹਨਾਂ ਨੇ ਪ੍ਰੋਗਰਾਮ ਦਿੱਤਾ ਹੋਇਆ ਸੀ ਕਿ ਜਿਹੜੀਆਂ ਮੰਗਾਂ ਪੈਂਡਿੰਗ ਹੈਗੀਆਂ ਨੇ ਉਹਨਾਂ ਮਸਲਿਆਂ ਦੇ ਸੰਦਰਭ ਦੇ ਵਿੱਚ ਅਸੀਂ ਜੰਤਰ ਮੰਤਰ ਧਰਨਾ ਦੇਵਾਂਗੇ। ਅਗਸਤ ਦੇ ਵਿੱਚ ਧਰਨਾ ਦਿੱਤਾ ਗਿਆ। ਤਮਾਮ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਕਿਸਾਨਾਂ ਨੇ ਆਪਣੀ ਹਾਜ਼ਰੀ ਲਗਵਾਈ। ਇਹਨਾਂ ਧਰਨਿਆਂ ਦੇ ਸੰਕੇਤ ਕੀ ਨੇ? ਕੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਆਗੂ ਕੋਈ ਵੱਡਾ ਅੰਦੋਲਨ ਖੜਾ ਕਰਨ ਜਾ ਰਹੇ ਨੇ? ਇੱਕ ਪਾਸੇ ਲਖੀਮਪੁਰ 75 ਘੰਟੇ ਦਾ ਧਰਨਾ ਸੀ, 3 ਦਿਨਾਂ ਦਾ ਧਰਨਾ ਸੀ। ਸਰਕਾਰ ਦੇ ਨਾਲ ਭਰੋਸੇ ਦੇ ਵਿੱਚ ਆ ਕੇ ਉਹ ਧਰਨਾ ਸਮਾਪਤ ਕਰ ਦਿੱਤਾ ਗਿਆ। ਹਾਲਾਂਕਿ ਕਿਸਾਨ ਆਗੂਆਂ ਵੱਲੋਂ ਵੀ ਉਸ ਧਰਨੇ ਦੀ ਜੋ ਟਾਈਮਿੰਗ ਸੀ ਉਹ ਟਾਈਮਿੰਗ 3 ਦਿਨਾਂ ਦੀ ਸੀ। ਵੱਡੇ ਆਗੂ ਉਹਦੇ 'ਚ ਸ਼ਾਮਲ ਹੋਏ ਤੇ ਇਸੇ ਸਭ ਦੌਰਾਨ ਇੱਕ ਉਹ ਵੀ ਮੋੜ ਹੈਗਾ ਕਿ ਰਕੇਸ਼ ਟਿਕੈਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਦਿੱਲੀ ਪੁਲਿਸ ਵੱਲੋਂ ਰਿਹਾ ਕਰਤੇ ਗਏ ਨੇ। ਉਹਨਾਂ ਨੇ ਵੀ ਗੱਲ ਕਹੀ ਹੈ ਕਿ ਕੇਂਦਰ ਸਰਕਾਰ ਇਸ ਕਰਕੇ ਸਾਡੇ ਹੱਥ ਬੰਨ੍ਹਣਾ ਚਾਹੁੰਦਾ ਕਿ ਕੇਂਦਰ ਸਰਕਾਰ ਨੂੰ ਪਤਾ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਕਿਸਾਨੀ ਅੰਦੋਲਨ ਮੁੜ ਸ਼ੁਰੂ ਕਰਨ ਲੱਗੇ ਹਾਂ। ਇਸੇ ਕਿਸਾਨੀ ਮਸਲਿਆਂ 'ਤੇ ਹੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਧਾਲੀਵਾਲ ਸਾਹਿਬ ਨੇ। ਧਾਲੀਵਾਲ ਸਾਹਿਬ, ਪ੍ਰੋਗਰਾਮ ਹੈਗੇ ਨੇ ਕਿਸਾਨਾਂ ਦੇ, ਜਿਵੇਂ ਲਖੀਮਪੁਰ ਦੇ ਵਿੱਚ 3 ਦਿਨਾਂ ਦਾ, ਤੇ ਹੁਣ ਜੰਤਰ ਮੰਤਰ ਦੇ ਉੱਤੇ। ਕਹਿੰਦੇ ਕਿ ਤੁਸੀਂ ਇਸ ਸਾਰੇ ਵਿਊ ਨੂੰ ਕਿਵੇਂ ਦੇਖਦੇ ਹੋ? ਕਿਸਾਨ ਆਗੂਆਂ ਦਾ ਇਹ ਕਹਿਣਾ ਕਿ ਅਸੀਂ ਵੱਡਾ ਅੰਦੋਲਨ ਵਿੱਢਣ ਜਾ ਰਹੇ ਹਾਂ। ਦੇਖੋ, ਜਿਹੜੇ ਅੰਦੋਲਨ ਹੁੰਦੇ ਨੇ ਨਾ, ਕੋਈ ਵੀ ਉਹ ਅੰਦੋਲਨ ਅਲਟੀਮੇਟਲੀ ਅੰਤ 'ਤੇ ਜਿਹੜੀ ਸਮੇਂ ਦੀ ਰਾਜਨੀਤਿਕ ਧਿਰ ਹੁੰਦੀ ਹੈ ਉਹ 'ਤੇ ਸੱਟ ਮਾਰਨ ਲਈ ਹੀ ਹੁੰਦੇ ਨੇ। ਇਸੇ ਤਰ੍ਹਾਂ ਜੇ ਆਪਾਂ ਇਹਦੀ ਥੋੜ੍ਹਾ ਜਿਹਾ ਪੁਰਾਣਾ ਇਤਿਹਾਸ ਜਿਹੜਾ ਲੇਟੈਸਟ ਹੁਣ ਵਾਪਰਿਆ ਉਹ ਦੇਖੀਏ ਕਿ ਬਹੁਤ ਵੱਡਾ ਇੱਕ ਕਿਸਾਨ ਮੋਰਚਾ, ਸੰਯੁਕਤ ਕਿਸਾਨ ਮੋਰਚੇ ਦੇ ਨਾਂ ਹੇਠ ਵੱਡਾ ਕਿਸਾਨ ਅੰਦੋਲਨ ਲੜਿਆ ਗਿਆ, ਜਿਹੜਾ ਉੱਤਰੀ ਭਾਰਤ ਦੇ ਵਿੱਚ ਇਹ ਲੱਗਦਾ ਸੀ ਆਮ ਲੋਕਾਂ ਨੂੰ ਕਿ ਸਮੇਂ ਦੀ ਸਰਕਾਰ 'ਤੇ ਇਹ ਐਸਾ ਰਾਜਨੀਤਿਕ ਪ੍ਰਭਾਵ ਪਾਏਗਾ ਜਿਹਦੇ ਨਾਲ ਸਮੇਂ ਦੀ ਸਰਕਾਰ ਨੂੰ, ਮੇਰਾ ਕਹਿਣ ਤੋਂ ਭਾਵ ਇੱਥੇ BJP ਹੈ, ਕਿ BJP ਦੀ ਸਰਕਾਰ ਨੂੰ ਵੱਡਾ ਨੁਕਸਾਨ ਹੋਏਗਾ। ਪਰੰਤੂ BJP ਦੀ ਸਰਕਾਰ ਨੇ ਆਪਣੀ ਰਣਨੀਤੀ ਨਾਲ ਉਹ ਜਿਹੜਾ ਵੱਡਾ ਨੁਕਸਾਨ ਪੱਤਰਕਾਰਾਂ ਨੂੰ, ਲੋਕਾਂ ਨੂੰ ਲੱਗ ਰਿਹਾ ਸੀ ਕਿ ਹੋਏਗਾ, ਉਹ ਤੋਂ ਉਹ ਨੁਕਸਾਨ ਹੋਣ ਤੋਂ ਬਚਾ ਗਏ। ਫਿਰ ਇਹ ਹੁੰਦਾ ਹੈ ਕਿ ਕੁੱਲ ਮਿਲਾ ਕੇ ਸਿੱਧੇ ਜਾਂ ਅਸਿੱਧੇ ਰੂਪ 'ਚ ਜਿਹੜੀਆਂ ਜਥੇਬੰਦੀਆਂ ਇਸ ਤਰ੍ਹਾਂ, ਜਦੋਂ ਕੋਈ ਵੀ, ਚਾਹੇ ਉਹ ਮੁਲਾਜ਼ਮਾਂ ਦੀ ਜਥੇਬੰਦੀ ਹੋਵੇ, ਕਿਸਾਨਾਂ ਦੀ ਹੋਵੇ, ਵਪਾਰੀਆਂ ਦੀ ਹੋਵੇ, ਮਜ਼ਦੂਰਾਂ ਦੀ ਹੋਵੇ, ਜਦੋਂ ਵੀ ਉਹ ਅੰਦੋਲਨ ਲੜਦੀਆਂ ਨੇ ਉਹਨਾਂ ਦੇ ਕਹਿਣ 'ਤੇ ਜਾਂ ਆਪਣੀ ਮਰਜ਼ੀ ਨਾਲ ਜਿਹੜੀਆਂ ਵਿਰੋਧੀ ਰਾਜਨੀਤਿਕ ਪਾਰਟੀਆਂ ਨੇ ਉਹ ਉਸ ਅੰਦੋਲਨ ਵਿੱਚ ਸਿੱਧੇ ਜਾਂ ਅਸਿੱਧੇ ਰੂਪ 'ਚ ਉਤਰ ਆਉਂਦੀਆਂ ਨੇ। ਕਿਉਂਕਿ ਖੇਡ ਅਸਲ 'ਚ ਰਾਜਨੀਤਿਕ ਹੁੰਦੀ ਹੈ। ਜਾਂ ਇਹ ਕਹਿ ਲਓ, ਜ਼ਰੂਰੀ ਨਹੀਂ ਹੁੰਦਾ ਕਿ ਅੰਦੋਲਨਕਾਰੀ ਸਿੱਧੇ ਰਾਜਨੀਤੀ 'ਚ ਆਉਣ। ਉਹਨਾਂ ਦੇ ਜਿਹੜੀ ਪਿੱਠ ਭੂਮੀ ਦੇ ਵਿੱਚ ਬਹੁਤ ਸਾਰੇ ਰਾਜਨੀਤਿਕ ਲੋਕ ਕੰਮ ਕਰ ਰਹੇ ਹੁੰਦੇ ਨੇ। ਰਾਜਨੀਤਿਕ ਪਾਰਟੀ ਜਿਹੜੀ ਸੱਤਾਧਾਰੀ ਆ ਉਹਦੇ ਹੱਕ 'ਚ ਜਾਂ ਉਹਦੇ ਵਿਰੋਧ 'ਚ। ਇਸ ਅੰਦੋਲਨ ਦੇ ਵਿੱਚ ਜਿਹਦੀ ਆਪਾਂ ਸੰਯੁਕਤ ਕਿਸਾਨ ਮੋਰਚੇ ਦੇ ਤਹਿਤ ਲੜਿਆ ਗਿਆ, ਇੱਕ ਫੈਸਲਾ ਲਿਆ ਗਿਆ ਕਿ ਕੋਈ ਵੀ ਰਾਜਨੀਤਿਕ ਪਾਰਟੀ ਇਸ ਦੇ ਵਿੱਚ ਦਖਲ ਨਹੀਂ ਹੋਏਗੀ, ਨਾ ਹੀ ਅਸੀਂ ਉਹਨੂੰ ਕੋਈ ਵੇਟੇਜ ਦੇਵਾਂਗੇ। ਜਦੋਂ ਕਿ ਇਹਦੇ ਉਲਟ, ਜਦੋਂ ਪਹਿਲਾਂ ਐਂਟੀ ਕਰਪਸ਼ਨ ਮੂਵਮੈਂਟ ਦੇ ਵਿੱਚ ਅੰਨਾ ਅੰਦੋਲਨ ਦਾ ਹੋਇਆ ਸੀ ਅੰਦੋਲਨ, ਉਹਦੇ ਵਿੱਚ ਇਹ ਸੀ ਕਿ ਜਿਹੜਾ ਵੀ ਬੰਦਾ ਇਹਨੂੰ ਟੋ ਕਰਦਾ ਹੈ ਉਹ ਇਸ 'ਚ ਆ ਕੇ ਬੋਲ ਸਕਦਾ ਹੈ। ਕਾਂਗਰਸ ਦੀ ਸਰਕਾਰ ਸੀ, ਕਾਂਗਰਸ ਦੇ ਬਹੁਤ ਕੁਝ ਉਲਟ ਸੀ, ਉਹਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਲੋਕ ਜਾ ਸਕਦੇ ਸਨ, ਪਰ ਇਹਦੇ ਵਿੱਚ ਨਹੀਂ ਜਾਣ ਦਿੱਤੇ ਗਏ। ਉਹਦਾ ਹੁਣ ਜਦੋਂ ਆਪਾਂ ਵਿਸ਼ਲੇਸ਼ਣ ਕਰਦੇ ਹਾਂ, ਉਹਦਾ ਵੀ ਮੁੱਖ ਮੁੱਦਾ ਇਹੀ ਸੀ ਕਿ ਕਿਸੇ ਪੋਲੀਟੀਕਲ ਪਾਰਟੀ ਨੂੰ, ਵਿਰੋਧੀ ਪਾਰਟੀ ਨੂੰ, ਉਹਦਾ ਸਿੱਧਾ ਜਿਹੜਾ ਫਾਇਦਾ ਹੈ ਉਹ ਨਾ ਜਾਣ ਦਿੱਤਾ ਜਾਏ। ਤੇ ਜੇ ਉਹਦਾ ਸਿੱਧਾ ਫਾਇਦਾ ਵਿਰੋਧੀ ਪਾਰਟੀਆਂ ਨੂੰ ਨਾ ਜਾਣ ਦਿੱਤਾ ਜਾਏ ਤਾਂ ਕੁੱਲ ਮਿਲਾ ਕੇ ਉਹਦਾ ਫਾਇਦਾ ਫਿਰ ਕਿਹਨੂੰ ਜਾਏਗਾ? ਸੱਤਾਧਿਰ ਨੂੰ। ਜਾਂ ਤੀਸਰੀ ਧਿਰ ਕਿਸਾਨ ਖੜੀ ਕਰਦੇ। ਕਿਸਾਨ ਆਪਣੀ ਤੀਸਰੀ ਧਿਰ ਖੜੀ ਨਹੀਂ ਕਰ ਪਾਏ।
ਇਹਦੇ ਵਿੱਚ ਮੈਂ ਸਿੱਧਾ ਦੋਸ਼ ਨਹੀਂ ਲਾ ਸਕਦਾ, ਪਰ ਦੋਸ਼ ਲੱਗਦੇ ਨੇ ਕਿ ਇਹਨਾਂ ਦੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਜਿੰਨੀਆਂ ਜਥੇਬੰਦੀਆਂ ਸੀ, ਕੁਝ ਤਕੜੀਆਂ ਜਥੇਬੰਦੀਆਂ ਨੂੰ ਇਹ ਕਹਿ ਕੇ ਭੰਡਿਆ ਗਿਆ ਜਾਂ ਉਹ ਵਿੱਚ ਸ਼ਾਮਲ ਨਹੀਂ ਹੋਈਆਂ। ਸਪੋਰਟ ਉਹਨਾਂ ਨੇ ਪੂਰੀ ਕੀਤੀ, ਪਰ ਉਹ ਰਾਜਨੀਤਿਕ ਧਿਰ ਬਣ ਕੇ ਵਿੱਚ ਸ਼ਾਮਲ ਨਹੀਂ ਹੋਈਆਂ, ਨਾ ਹੀ ਉਹ ਸੰਯੁਕਤ ਮੋਰਚੇ ਦਾ ਭਾਟ ਬਣੀਆਂ, ਜਿਵੇਂ ਆਪਾਂ ਗੁਰਾਹਾਂ ਦੀ ਜਥੇਬੰਦੀ ਕਹਿੰਦੇ ਹਾਂ। ਪਰੰਤੂ ਉਹ ਬਹੁਤ ਗਿਣਤੀ ਵਿੱਚ ਅੰਦੋਲਨ ਦੇ ਵਿੱਚ ਗਏ। ਹੁਣ ਅੰਦੋਲਨ ਦੇ ਵਿੱਚ ਜਦੋਂ ਉਹ ਗਏ ਤਾਂ ਇਹਦਾ ਇਹ ਕਹਿ ਸਕਦੇ ਆ ਕਿ ਉਹਨਾਂ ਦੀ ਜਿਹੜੀ ਜਥੇਬੰਦੀ ਹੈ ਉਹਨੂੰ ਜਥੇਬੰਦਕ ਤੌਰ ਤੇ ਤਾਂ ਕੋਈ ਫਾਇਦਾ ਹੋਇਆ ਹੋਏਗਾ, ਮੋਬਿਲਾਈਜ਼ ਕਰ ਸਕੇ ਹੋਣਗੇ, ਪਰੰਤੂ ਰਾਜਨੀਤਿਕ ਤੌਰ ਤੇ ਉਹ ਜਿਹੜਾ ਕ੍ਰੈਡਿਟ ਜਾਣਾ ਹੁੰਦਾ ਹੈ ਕਿ ਕਿਹਨੇ ਸਮਝੌਤਾ ਕੀਤਾ, ਕਿਹਨੇ ਕੀਤਾ, ਉਹ ਉਹਨਾਂ ਨੂੰ ਨਹੀਂ ਗਿਆ। ਤੇ ਉਹ ਸੰਯੁਕਤ ਮੋਰਚੇ ਦੇ ਵਿੱਚ ਇੱਕ ਚਿਹਰਾ, ਬਾਕੀ ਚਿਹਰੇ ਕਈ ਸੀ, ਪਰ ਇੱਕ ਚਿਹਰਾ ਸਭ ਤੋਂ ਵੱਡਾ ਬਣ ਕੇ ਜੋ ਨਿਕਲਿਆ, ਉਹ ਨਿਕਲਿਆ ਇਸ ਰੀਜਨ ਦੇ ਵਿੱਚ ਬਲਵੀਰ ਸਿੰਘ ਰਾਜੇਵਾਲ। ਜੇ ਕੋਈ ਦੂਜੇ ਨੰਬਰ ਤੇ ਆਪਾਂ ਉੱਥੇ ਚਿਹਰਾ ਜਿਹੜਾ ਸਿਆਸੀ ਤੌਰ ਤੇ ਦਿਖਾਈ ਦਿੰਦਾ ਹੋਵੇ, ਉਹ ਸੀ ਟਕੈਤ। ਟਕੈਤ ਨੇ ਯੂਪੀ ਦੀ ਇਲੈਕਸ਼ਨਾਂ ਦੇ ਵਿੱਚ ਭਾਵੇਂ ਬੀਜੇਪੀ ਦੇ ਖਿਲਾਫ ਬੋਲੇ ਉਹ ਪਰ ਸੱਤਾ ਧਿਰ ਕਹਿ ਕੇ ਹੀ ਖਿਲਾਫ ਬੋਲੇ, ਬੀਜੇਪੀ ਦੇ ਖਿਲਾਫ ਉਹ ਬਹੁਤਾ ਕੁਝ ਨਹੀਂ ਬੋਲੇ, ਜਿਹਦੇ ਕਰਕੇ ਸਮਝਿਆ ਜਾਂਦਾ ਹੈ ਕਿ ਬੀਜੇਪੀ ਨੂੰ ਓਨੀ ਸੱਟ ਨਹੀਂ ਵੱਜੀ ਜਿੰਨੀ ਵੱਜ ਸਕਦੀ ਸੀ। ਜਾਂ ਆਪਾਂ ਇਹ ਕਹੀਏ ਕਿ ਬੀਜੇਪੀ ਉਹ ਡੈਮੇਜ ਕੰਟਰੋਲ ਕਰ ਗਈ, ਜਿਹੜਾ ਆਪਦਾ ਨੁਕਸਾਨ ਸੀ ਉਹ ਬਚਾ ਗਈ, ਯੂਪੀ ਦੀ ਸੱਤਾ ਬਚਾ ਗਈ। ਜੇ ਆਪਾਂ ਦੇਖੀਏ ਗੱਲ ਪੰਜਾਬ ਦੀ, ਪੰਜਾਬ ਦੇ ਵਿੱਚ ਇਹ ਹੋਇਆ ਕਿ ਜਿਹੜੀ ਧਿਰ ਵੱਡੀ ਧਿਰ ਦੇ ਤੌਰ ਤੇ ਲੀਡਰਸ਼ਿਪ ਜਿਹਦੀ ਕਿਸਾਨਾਂ 'ਚ ਮਰਜ ਹੋਈ, ਉਹ ਬਲਵੀਰ ਸਿੰਘ ਰਾਜੇਵਾਲ ਦੀ। ਪੂਰੇ ਸੰਯੁਕਤ ਮੋਰਚੇ ਦੇ ਵਿੱਚ ਇੱਕ ਫੈਸਲਾ ਹੋਇਆ ਕਿ ਆਪਾਂ ਸੱਤਾ 'ਚ ਪਾਰਟਿਸਿਪੇਟ ਕਰਾਂਗੇ। ਬਹੁਤ ਮਤਲਬ ਜੇ ਪੂਰੇ ਦੇ ਵਿੱਚ ਨਹੀਂ ਹੋਇਆ, ਆਪਾਂ ਇਹ ਕਹੀਏ ਕਿ ਉਹਨਾਂ ਦੇ ਵਿੱਚੋਂ ਬਹੁ ਗਿਣਤੀ ਜਥੇਬੰਦੀਆਂ ਦੇ, ਪਰੰਤੂ ਉਹ ਬਹੁ ਗਿਣਤੀ ਜਥੇਬੰਦੀਆਂ ਨੇ ਇਹ ਫੈਸਲਾ ਲੈਣ ਤੋਂ ਬਾਅਦ ਇਹ ਫੈਸਲੇ ਦੇ ਵਿੱਚ ਪਿੱਛੋਂ ਆਪਣੀ ਸਪੋਰਟ ਖਿੱਚ ਲਈ, ਜਿਹਦੇ ਨਾਲ ਬਲਵੀਰ ਸਿੰਘ ਰਾਜੇਵਾਲ ਦਾ ਜਿਹੜਾ ਰਾਜਨੀਤਿਕ ਵਿੰਗ ਸੀ, ਸੰਯੁਕਤ ਸਮਾਜ ਮੋਰਚੇ ਦੇ ਨਾਂ ਤੇ ਉਹਨੇ ਇੱਕ ਪਾਰਟੀ ਬਣਾਈ, ਉਹ ਪਾਰਟੀ ਦੀ ਜਿਹੜੀ ਪਰਫਾਰਮੈਂਸ ਸੀ ਉਹ ਵੋਟਾਂ 'ਚ ਇੰਨੀ ਮਾੜੀ ਰਹੀ ਕਿ ਜਿਹਦੇ ਨਾਲ ਉਹ ਆਪਣੀ ਕਿਸਾਨ ਮੋਰਚੇ ਦੀ ਲੀਡਰਸ਼ਿਪ ਵੀ ਹੱਥੋਂ ਖੋ ਬੈਠਾ, ਨੈਤਿਕ ਤੌਰ ਤੇ ਵੀ, ਜਥੇਬੰਦਕ ਤੌਰ ਤੇ ਵੀ, ਕਿਉਂਕਿ ਉਹਦੀ ਜਥੇਬੰਦੀ ਦੇ ਨਾਲ ਉਨੀ ਜ਼ਿਆਦਾ ਉਹਦੀ ਮੈਂਬਰਸ਼ਿਪ ਨਹੀਂ ਹੋਏਗੀ, ਉਨੀ ਜ਼ਿਆਦਾ ਉਹਨੂੰ ਸਪੋਰਟ ਨਹੀਂ ਮਿਲੀ। ਤੇ ਨੈਤਿਕ ਤੌਰ ਤੇ ਇਹ ਪੋਜੀਸ਼ਨ ਆਈ ਕਿ ਉਹਨਾਂ ਨੂੰ ਖੁਦ ਵੀ ਬਹੁਤ ਘੱਟ ਵੋਟ ਪਈ, ਤੇ ਉਸ ਪਾਰਟੀ ਨੂੰ ਵੀ ਲਗਭਗ ਜੇ ਆਪਾਂ ਅੰਦਾਜ਼ਾ ਕਹੀਏ ਸਾਰੀਆਂ ਕੰਸਟੀਚੁਐਂਸੀਜ਼ ਦੇ ਵਿੱਚ ਜਦੋਂ ਦੇਖੀਏ, 1-2 ਨੂੰ ਛੱਡ ਕੇ 2000 ਤੋਂ ਵੱਧ ਕਿਤੇ ਵੋਟ ਨਹੀਂ ਪਈ। ਹੁਣ ਉਸ ਦੇ ਨਾਲ ਕੀ ਹੋਇਆ ਕਿ ਇੱਕ ਜਿਹੜੀ ਹਲਚਲ ਪੈਦਾ ਹੋਈ, ਉਹ 'ਚ ਇਹਨਾਂ ਨੂੰ ਲੱਗਿਆ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਹ ਲੱਗਿਆ ਕਿ ਇਹਦੇ ਵਿੱਚ ਸਾਡਾ ਵੀ ਨੁਕਸਾਨ ਹੋਏਗਾ, ਤੇ ਬਾਕੀ ਸਾਰੀਆਂ ਕਿਸਾਨ ਜਥੇਬੰਦੀਆਂ, ਜਿਹਦੇ ਵਿੱਚ ਆਪਾਂ ਰੁਲਦੂ ਸਿੰਘ ਦਾ ਵੀ ਦੇਖਿਆ ਹੈ, ਕੁਝ ਹੋਰ ਜਥੇਬੰਦੀਆਂ ਹੈ, ਉਗਰਾਹਾਂ ਵੀ ਹੈ, ਕੁਝ ਪਹਿਲਾਂ ਪੱਲਾ ਝਾੜ ਗਈਆਂ, ਕੁਝ ਬਾਅਦ 'ਚ ਪੱਲਾ ਝਾੜ ਗਈਆਂ ਕਿ ਸਾਡਾ ਤਾਂ ਜੀ ਇਹਦੇ ਨਾਲ ਕੋਈ ਲਾਗਾ ਦੇਗਾ ਹੀ ਨਹੀਂ ਸੀ, ਅਸੀਂ ਤਾਂ ਇਹ ਹੱਕ 'ਚ ਹੀ ਨਹੀਂ ਸੀ। ਉਹਦੇ ਨਾਲ ਜੋ ਮੈਂ ਸਮਝਦਾ ਹਾਂ ਕਿ ਬਲਵੀਰ ਸਿੰਘ ਰਾਜੇਵਾਲ ਇਕੱਲੇ ਪੈ ਗਏ। ਸੰਯੁਕਤ ਕਿਸਾਨ ਮੋਰਚਾ ਲੱਗ ਰਿਹਾ ਸੀ ਵੀ ਖਿੰਡ ਜੇਗਾ, ਪਰੰਤੂ ਲਗਭਗ ਖਿੰਡ ਤੇ ਗਿਆ, ਪਰ ਹਾਲੇ ਉਹਦੀ ਜੇ ਆਪਾਂ ਕਹੀਏ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਲੀਡਰਸ਼ਿਪ ਹੈ ਉਹ ਸਰਬ ਪ੍ਰਮਾਣਿਤ ਸਾਰੀਆਂ ਜਥੇਬੰਦੀਆਂ 'ਚ ਨਹੀਂ ਹੈਗੀ। ਉਹਨਾਂ ਵਿੱਚੋਂ ਇੱਕ ਵਿਅਕਤੀ ਹੁਣ ਜਿਨ੍ਹਾਂ ਨੂੰ ਆਪਾਂ ਡੱਲੇਵਾਲ ਸਾਹਿਬ ਕਹਿੰਦੇ ਹਾਂ ਕਿ ਉਹ ਮਰਜ ਹੋ ਰਹੇ ਨੇ ਲੀਡਰ ਦੇ ਤੌਰ ਤੇ, ਉਹ ਰਾਜੇਵਾਲ ਨੇ ਵੀ ਕਿਹਾ, ਹੋਰ ਲੋਕਾਂ ਨੇ ਵੀ ਵਾਰ-ਵਾਰ ਸਮੇਂ ਤੇ ਇਹ ਗੱਲਾਂ ਆਈਆਂ ਨੇ ਕਿ ਕੁੱਲ ਮਿਲਾ ਕੇ ਉਹਨਾਂ ਦਾ ਜਿਹੜਾ ਝੁਕਾਓ ਹੈ ਰਾਜਨੀਤਿਕ ਤੌਰ ਤੇ, ਮਤਲਬ ਇਹਦੇ ਕੋਈ ਮੈਂ ਜੇ ਕਹਾਂ ਸਬੂਤ ਕੋਈ ਨਹੀਂ ਹੈਗੇ, ਪਰ ਲੋਕਾਂ ਵੱਲੋਂ, ਵਿਰੋਧੀ ਧਿਰਾਂ ਵੱਲੋਂ, ਕਿਸਾਨ ਮੋਰਚੇ ਦੀਆਂ ਪਾਰਟੀਆਂ ਵੱਲੋਂ ਇਹ ਇੱਕ ਦੋਸ਼ ਲੱਗ ਰਿਹਾ ਹੈ, ਜਿਵੇਂ ਰਾਜੇਵਾਲ ਤੇ ਵੀ ਲੱਗ ਰਿਹਾ ਸੀ ਕਿ ਸ਼ਾਇਦ ਉਹ ਕਾਂਗਰਸ ਪੱਖੀ ਨੇ, ਇਸੇ ਤਰ੍ਹਾਂ ਇਹ ਦੋਸ਼ ਲੱਗ ਰਿਹਾ ਕਿ ਇਹ ਕੁੱਲ ਮਿਲਾ ਕੇ ਬੀਜੇਪੀ ਪੱਖੀ ਨੇ। ਇਹ ਪੱਖੀ ਕਹਿਣਾ ਤਾਂ ਹਾਲੇ ਔਖਾ ਹੈ, ਇਹ ਸਮਾਂ ਦੱਸੇਗਾ, ਪਰ ਇਹ ਸੱਚ ਹੈ ਕਿ ਅਲਟੀਮੇਟਲੀ ਜਿਹੜਾ ਪ੍ਰੋਗਰਾਮ ਉਹ ਦੇ ਰਹੇ ਨੇ ਉਹਦਾ ਫਾਇਦਾ ਹੈ ਜਿਹੜਾ ਰਾਜਨੀਤਿਕ ਤੌਰ ਤੇ
ਉਹ ਬੀਜੇਪੀ ਪਾਰਟੀ ਨੂੰ ਮਿਲਦਾ ਲੱਗ ਰਿਹਾ ਹੈ। ਕਿਉਂ? ਕਿਉਂਕਿ ਜਿੰਨੀ ਨਫ਼ਰਤ ਬੀਜੇਪੀ ਦੇ ਖਿਲਾਫ ਸੰਯੁਕਤ ਮੋਰਚੇ ਦੇ ਸਮੇਂ ਸੀਗੀ ਪੰਜਾਬ ਦੇ ਵਿੱਚ ਵੀ, ਭਾਵੇਂ ਉਹਨਾਂ ਨੂੰ ਸੀਟਾਂ ਨਹੀਂ ਮਿਲੀਆਂ ਪਰ ਉਹਨਾਂ ਦੀ ਵੋਟ ਪਰਸੈਂਟੇਜ ਇੰਪਰੂਵ ਹੋਈ ਹੈ। ਸਭ ਤੋਂ ਵੱਡੀ ਸੱਟ ਉਸ ਸਮੇਂ ਵੱਜੀ ਹੈ ਜਿਹੜੀ ਕਿਸਾਨਾਂ ਦੀ ਪਾਰਟੀ ਕਹਾਉਂਦੀ ਸੀ, ਚਾਹੇ ਉਹਦੀਆਂ ਆਪਣੀਆਂ ਗਲਤੀਆਂ ਹੋਣ। ਸਭ ਤੋਂ ਵੱਡੀ ਇਸ ਅੰਦੋਲਨ ਦੇ ਦੌਰਾਨ ਮਾਰ ਪਈ ਹੈ ਅਕਾਲੀ ਦਲ ਨੂੰ, ਕਿਉਂਕਿ ਅਕਾਲੀ ਦਲ ਦਾ ਸਟੈਂਡ ਬਹੁਤ ਕਲੀਅਰ ਨਹੀਂ ਸੀ। ਪਹਿਲਾਂ ਕਾਨੂੰਨਾਂ ਦੇ ਹੱਕ ਵਿੱਚ ਰਿਹਾ, ਫਿਰ ਵਿਰੋਧ 'ਚ ਰਿਹਾ, ਫਿਰ ਉਹਨਾਂ ਨੇ ਉੱਥੇ ਉਹਨੂੰ ਜਾਣ ਨਹੀਂ ਦਿੱਤਾ, ਫਿਰ ਉਹਨਾਂ ਨੇ ਸੋ ਕਾਲਡ ਰੈਲੀਆਂ ਪੈਰਲਲ ਵੀ ਕੀਤੀਆਂ ਜਿਨ੍ਹਾਂ ਦੇ ਚਾਹੇ ਉਹ ਆਪਣੀ ਸਿਆਸੀ ਜ਼ਮੀਨ ਕਿਸੇ ਹੋਰ ਕਾਰਨਾਂ ਕਰਕੇ ਪੰਜਾਬ ਦੇ ਵਿੱਚ ਖੋ ਚੁੱਕੇ ਹੈ। ਪਰ ਕਿਸਾਨ ਮੋਰਚੇ ਵਿੱਚ ਕਿਸਾਨਾਂ ਦੇ ਪ੍ਰਤੀਨਿਧ ਹੋਣ ਦੀ ਜਿਹੜੀ ਗੱਲ ਕਿਸੇ ਜ਼ਮਾਨੇ 'ਚ ਜਿਹਦਾ ਫਾਇਦਾ ਅਕਾਲੀ ਦਲ ਨੂੰ ਮਿਲਦਾ ਸੀ, ਐਡੇ ਵੱਡੇ ਅੰਦੋਲਨ 'ਚ ਉਸ ਦਾ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋਇਆ। ਉਹ ਆਪਦਾ ਚਿਹਰਾ ਅੰਦੋਲਨਕਾਰੀ ਦੇ ਤੌਰ ਤੇ ਜਾਂ ਕਿਸਾਨਾਂ ਦੇ ਹੱਕ ਵਿੱਚ ਅੰਦੋਲਨ ਕਰਨ ਦੇ ਤੌਰ ਤੇ ਬਣਾ ਨਹੀਂ ਸਕੇ। ਇਸ ਤੋਂ ਉਲਟ ਅਕਾਲੀ ਦਲ ਦੀ ਇੱਕ ਪਰਸਨੈਲਿਟੀ ਨੇ, ਜਿਹੜੇ ਦਿੱਲੀ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ, ਉਹਨਾਂ ਨੇ ਜਿੱਥੇ ਇਸ ਅਕਾਲੀ ਦਲ ਨੇ, ਬਾਦਲ ਅਕਾਲੀ ਦਲ ਨੇ ਵੀ ਪੰਜਾਬ ਦੀ ਸ਼੍ਰੋਮਣੀ ਕਮੇਟੀ ਵੱਲੋਂ ਲੰਗਰਾਂ ਵਗੈਰਾ ਦੀ ਸੇਵਾ ਦੇ ਵਿੱਚ ਰੋਲ ਨਿਭਾਇਆ ਤੇ ਉਹ 'ਚ ਸੋਚਿਆ ਕਿ ਇਹਦਾ ਅਸੀਂ ਸਿਆਸੀ ਲਾਹਾ ਲਵਾਂਗੇ। ਪਰੰਤੂ ਦਿੱਲੀ ਕਮੇਟੀ ਦੇ ਪ੍ਰਧਾਨ ਸਰਸਾ ਨੇ ਇਸ ਫਰੰਟ ਤੇ ਵੀ ਕੰਮ ਕੀਤਾ ਤੇ ਕਿਸਾਨਾਂ ਦੇ ਵਿਰੁੱਧ ਅੰਦੋਲਨ ਦੌਰਾਨ ਜਿਹੜੇ ਕੇਸ ਹੋਏ ਉਹਨਾਂ ਕੇਸਾਂ ਦੇ ਵਿੱਚ ਵੀ ਉਹਨੇ ਕੁਝ ਪੋਜ਼ਿਟਿਵ ਭੂਮਿਕਾ ਨਿਭਾਈ ਤੇ ਅੰਤ ਵਿੱਚ ਉਹ ਬੀਜੇਪੀ 'ਚ ਚਲੇ ਗਏ। ਵਿਸ਼ਲੇਸ਼ਕ ਦੇ ਤੌਰ ਤੇ ਜਦੋਂ ਆਪਾਂ ਇਹ ਚੀਜ਼ਾਂ ਦੇਖਦੇ ਹਾਂ, ਭਾਵੇਂ ਇਹਨੂੰ ਇਹ ਤਾਂ ਆਪਾਂ ਨਹੀਂ ਕਹਿ ਸਕਦੇ ਕਿ ਇਹ ਸਾਰਾ ਕੁਝ ਪਹਿਲਾਂ ਹੀ ਨਿਯੋਜਿਤ ਸੀਗਾ, ਪਰੰਤੂ ਇਹ ਸਮਝ 'ਚ ਆਉਂਦਾ ਹੈ ਕਿ ਇਹਦਾ ਜੋ ਫਾਇਦਾ ਸਰਸਾ ਜੀ ਨੂੰ ਜਾਤੀ ਤੌਰ ਤੇ ਮਿਲਿਆ ਤੇ ਕੁਦਰਤੀ ਆ ਉਹ ਹੁਣ ਜੇ ਹੁਣ ਬੀਜੇਪੀ 'ਚ ਨੇ ਤਾਂ ਉਹ ਫਾਇਦਾ ਵੀ ਬੀਜੇਪੀ ਨੂੰ ਮਿਲੇਗਾ। ਉਹ ਇਮੇਜ ਜਿਹੜਾ ਉਹਨਾਂ ਦਾ ਬਣਿਆ ਉਹ ਹੁਣ ਵੀ ਕਹਿੰਦੇ ਨੇ, ਸਰਸਾ ਜੀ ਦੀ ਪਿਛਲੇ ਦਿਨ ਹੀ ਮੈਂ ਇੱਕ ਇੰਟਰਵਿਊ ਸੁਣੀ, ਉਹ ਹੁਣ ਵੀ ਕਹਿੰਦੇ ਨੇ ਕਿ ਮੈਂ ਅਕਾਲੀ ਦਲ ਦੇ ਖਿਲਾਫ ਕਦੇ ਨਹੀਂ ਬੋਲਿਆ ਪਰ ਅਕਾਲੀ ਦਲ ਮੈਨੂੰ ਮਜਬੂਰ ਕਰ ਰਿਹਾ। ਹੁਣ ਮੈਂ ਦੱਸਦਾ ਕਿ ਕਿਸਾਨਾਂ ਦੇ ਮੋਰਚੇ ਦੌਰਾਨ ਮੈਂ ਜਿਹੜਾ ਇਹ ਲੀਡ ਲਈ, ਲੇਕਿਨ ਇਹਨਾਂ ਨੇ ਕੰਮ ਨਹੀਂ ਕੀਤਾ। ਹੁਣ ਅਕਾਲੀ ਦਲ ਨੇ ਕੀ ਕੀਤਾ ਕਿ ਇੱਕ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਦੇ ਸਬੰਧ ਵਿੱਚ ਉਹ ਦਿਖਾ ਰਹੇ ਨੇ ਕਿ ਸ਼ਾਇਦ ਅਸੀਂ ਸਰਗਰਮ ਹਾਂ, ਜਿਹਦੇ ਨਾਲ ਅਸੀਂ ਪੰਜਾਬ ਦੀ ਸਿੱਖ ਸਾਈਕੀ ਨੂੰ ਕੁਛ ਜੀਵਤ ਕਰ ਸਕੀਏ, ਚੈਨਲਾਈਜ਼ ਕਰ ਸਕੀਏ ਜਾਂ ਮੋਬਲਾਈਜ਼ ਕਰ ਸਕੀਏ ਜੀ, ਉਹਨਾਂ ਨੂੰ ਨਾਲ ਤੋੜ ਸਕੀਏ। ਪਰੰਤੂ ਦਿਖਾਈ ਇਹ ਦੇ ਰਹੇ ਹੈ ਕਿ ਇੰਨਾ ਸੌਖਾ ਨਹੀਂ ਹੈਗਾ, ਉਹ ਉਹਨਾਂ ਦੇ ਨਾਲ ਤੁਰ ਨਹੀਂ ਰਹੀ। ਅਕਾਲੀ ਦਲ ਦੇ ਵਿੱਚ ਆਪਦੇ ਆਪ ਇਸ ਤਰ੍ਹਾਂ ਦਾ ਖਲਾਅ ਪੈਦਾ ਹੋ ਗਿਆ, ਉਹ 'ਚ ਅੰਦਰੋਂ ਵੀ ਪਾਰਟੀ ਦੇ ਕੁਝ ਇਸ ਤਰ੍ਹਾਂ ਦੀਆਂ ਦਿੱਕਤਾਂ ਆ ਗਈਆਂ। ਫਿਰ ਮੈਂ ਕਹਿਣਾ ਕਿ ਇੱਥੇ ਹੁਣ ਇੱਕ ਵੈਕਿਊਮ ਪੈਦਾ ਹੋ ਗਿਆ। ਕਾਂਗਰਸ ਦੀ ਰਿਵਾਈਵਲ ਦਾ ਵੀ ਕੰਮ ਸੌਖਾ ਨਹੀਂ ਹੈਗਾ, ਬੀਜੇਪੀ ਦਾ ਵੀ ਸੱਤਾ 'ਚ ਇੱਕਦਮ ਆਉਣਾ ਸੌਖਾ ਨਹੀਂ ਹੈਗਾ। ਹੁਣ ਇੱਕ ਵੱਡੀ ਪਾਰਟੀ ਜੋ ਖੜੀ ਹੋਗੀ ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ ਦਾ ਇਸ ਤੋਂ ਉੱਪਰ ਜਾਣਾ ਮੁਸ਼ਕਿਲ ਲੱਗ ਰਿਹਾ ਹੈ। ਉਹ ਇੱਕ ਇਸ ਤਰ੍ਹਾਂ ਦੀ ਲੈਵਲ ਸੀਮਾ ਟੱਚ ਕਰ ਗਈ ਹੈ ਕਿ ਉਸ ਦਾ ਗ੍ਰਾਫ ਨੀਚੇ ਦਾ ਆ ਸਕਦਾ, ਇਸ ਤੋਂ ਉੱਪਰ ਜਾਣਾ ਆਉਣ ਵਾਲੇ ਪਾਰਲੀਮੈਂਟ ਚੋਣਾਂ 'ਚ ਜਾਂ ਬਾਅਦ ਵਾਲੀਆਂ ਚੋਣਾਂ 'ਚ ਦਿਖਾਈ ਨਹੀਂ ਦਿੰਦਾ, ਕਿਉਂਕਿ ਐਂਟੀ ਇਨਕੰਬੈਂਸੀ ਫੈਕਟਰ ਆਪਦੇ ਆਪ 'ਚ ਐਡਾ ਵੱਡਾ ਫੈਕਟਰ ਹੁੰਦਾ ਹੈ। ਉਹਨਾਂ ਕੰਮ ਉਹਨਾਂ ਤੋਂ ਸ਼ਾਇਦ ਨਾ ਹੋਵੇ, ਭਾਵੇਂ ਜਦੋਂ ਆਪਾਂ ਰਿਲੇਟਿਵਲੀ ਦੇਖਦੇ ਹਾਂ ਕਾਂਗਰਸ ਦੇ ਸਮੇਂ ਨਾਲ ਅਕਾਲੀ ਦਲ ਦੇ ਸਮੇਂ ਨਾਲ ਹਾਲ ਦੀ ਘੜੀ ਜਨਤਾ ਰਿਲੇਟਿਵਲੀ ਉਹਨਾਂ ਨੂੰ ਬਿਹਤਰ ਕਹਿ ਰਹੀ ਹੈ, ਪਰੰਤੂ ਉਹਨਾਂ ਦੀ ਪਰਫਾਰਮੈਂਸ ਉਹ ਲੈਵਲ ਪਹਿਲਾਂ ਹੀ ਪੀਕ ਟੱਚ ਕਰ ਗਈ ਕਿ ਉਸ ਤੋਂ ਲੱਗਦਾ ਕਿ ਇਹਦੇ ਉੱਪਰ ਨਹੀਂ ਜਾਵੇਗਾ। ਹੁਣ ਇੱਥੇ ਜਿਹੜਾ ਵੈਕਿਊਮ ਖਾਲੀ ਥਾਂ ਪੈਦਾ ਹੋਇਆ, ਖਲਾਅ ਪੈਦਾ ਹੋਇਆ, ਮੈਨੂੰ ਇਹ ਲੱਗਦਾ ਹੈ ਕਿ ਉਸ 'ਤੇ ਸਾਰੀਆਂ ਧਿਰਾਂ ਦੀ ਨਜ਼ਰ ਹੋਏਗੀ। ਜੇਕਰ ਕੋਈ ਕਿਸਾਨ ਐਜੀਟੇਸ਼ਨ ਆਪਦੇ ਤੌਰ ਤੇ ਕੇਂਦਰ ਦੀ ਸਰਕਾਰ ਤੇ ਕੋਈ ਦਬਾਅ ਬਣਾ ਲਵੇ ਜਾਂ ਕੇਂਦਰ ਦੀ ਸਰਕਾਰ ਉਹਨਾਂ ਨਾਲ ਕੋਈ ਸਮਝੌਤਾ ਕਰਕੇ ਇਹ ਦਿਖਾ ਦੇਵੇ
ਕਿ ਇਹ ਲੋਕਾਂ ਨੇ ਦਬਾਅ ਬਣਾਇਆ, ਇਸ ਕਰਕੇ ਸਰਕਾਰ ਦਬ ਗਈ ਤੇ ਸਰਕਾਰ ਨੇ ਪੋਜ਼ਿਟਿਵਲੀ ਕਿਸਾਨਾਂ ਨਾਲ ਕੋਈ ਤਾਲਮੇਲ ਕੀਤਾ ਹੈ। ਤਾਂ ਉਹ ਜਿਹੜਾ ਅੰਦੋਲਨਕਾਰੀ ਧਿਰ ਹੋਏਗੀ, ਉਹ ਸਿਆਸੀ ਜਿਹੜਾ ਖਾਲੀ ਪਿੜਾ ਹੈ ਉਸ ਦੇ ਵਿੱਚ ਵੀ ਮੱਲ ਮਾਰ ਸਕਦੀ ਹੈ। ਉਹਦਾ ਫਾਇਦਾ ਉਹਨਾਂ ਨੂੰ ਹੋ ਸਕਦਾ ਹੈ, ਉਹ ਬੀਜੇਪੀ ਨੂੰ ਵੀ ਹੋ ਸਕਦਾ ਹੈ। ਜੇ ਆਪਦੇ ਆਪ 'ਚ ਬੀਜੇਪੀ ਦਾ ਕੋਈ ਕਿਸਾਨੀ ਮੋਰਚੇ ਦਾ ਵਿੰਗ ਉਹਨਾਂ ਨੂੰ ਫਾਇਦਾ ਪਹੁੰਚਾਏਗਾ ਤਾਂ ਟੇਢੇ ਰੂਪ 'ਚ ਜੇ ਸਿੱਧੇ ਰਾਜੇਵਾਲ ਵਾਂਗੂ ਚੋਣ 'ਚ ਆ ਜਾਣ ਤਦ ਵੀ ਫਾਇਦਾ ਹੋ ਸਕਦਾ ਹੈ, ਪਰ ਟੇਢੇ ਢੰਗ ਨਾਲ ਜੇ ਰਹਿਣਗੇ ਤਦ ਵੀ ਫਾਇਦਾ ਹੋ ਸਕਦਾ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੀ ਸਿਚੁਏਸ਼ਨ ਹੈ, ਇਹ ਵੈਕਿਊਮ ਨੂੰ, ਉਹ ਖਲਾਅ ਨੂੰ, ਜਿਹੜਾ ਖਾਲੀਪਣ ਹੈ ਉਹਨੂੰ ਧਿਆਨ 'ਚ ਰੱਖਦੇ ਹੋਏ ਇਹ ਲੱਗ ਰਿਹਾ ਹੈ ਕਿ ਇਹ ਮੋਰਚਾ ਉੱਧਰ ਨੂੰ ਵਧ ਰਿਹਾ ਹੈ। ਅਦਰਵਾਈਜ਼ ਜੇਕਰ ਇੱਥੇ ਬਣਦਾ ਤਾਂ ਇਹ ਸੀ ਕਿ ਭਾਵੇਂ ਬਲਵੀਰ ਸਿੰਘ ਰਾਜੇਵਾਲ ਨਿਕਲ ਗਏ ਹੋਣ, ਭਾਵੇਂ ਕੋਈ ਹੋਰ ਧਿਰ ਨਿਕਲ ਗਈ ਹੋਵੇ, ਪਰੰਤੂ ਬਣਦਾ ਇਹ ਸੀ ਕਿ ਕਿਸਾਨ ਮੋਰਚਾ ਦੁਬਾਰੇ ਆਪਦੇ ਆਪ ਨੂੰ ਰਿਵਾਈਵ ਕਰਦਾ। ਇਹ ਜਿਹੜਾ ਫੈਸਲਾ ਲਿਆ ਗਿਆ ਹੈ ਇੱਥੇ ਵਾਲਾ, ਈਵਨ ਲਖੀਮਪੁਰ ਖੀਰੀ ਵਾਲਾ ਵੀ, ਉਹ 'ਚ ਵੀ ਸਾਰੀਆਂ ਧਿਰਾਂ ਦੀ ਕੰਸਲਟੇਸ਼ਨ ਨਹੀਂ ਹੈਗੀ, ਸਾਰੀਆਂ ਧਿਰਾਂ ਦੀ ਸ਼ਮੂਲੀਅਤ ਉਸ ਕਿਸਮ ਦੀ ਨਹੀਂ ਹੈਗੀ। ਉੱਥੇ ਵੀ ਇੱਕ ਲਿਮਟਿਡ ਲੀਡਰਸ਼ਿਪ ਦਿਖਾਈ ਦੇ ਰਹੀ ਹੈ, ਇੱਥੇ ਵੀ ਇੱਕ ਲਿਮਟਿਡ ਲੀਡਰਸ਼ਿਪ ਦਿਖਾਈ ਦੇ ਰਹੀ ਹੈ। ਹਾਲ ਦੀ ਘੜੀ ਇਹ ਦਿਖਾਈ ਨਹੀਂ ਦੇ ਰਿਹਾ, ਭਾਵੇਂ ਇੱਥੇ ਐਡ ਦੇ ਵਿੱਚ ਮੈਂ ਦੇਖਿਆ ਨਾ ਸੰਯੁਕਤ ਕਿਸਾਨ ਮੋਰਚਾ ਹੀ ਆ ਰਿਹਾ ਹੈ, ਪਰੰਤੂ ਡੱਲੇਵਾਲ ਤੋਂ ਬਿਨਾਂ ਹੋਰ ਸੰਯੁਕਤ ਕਿਸਾਨ ਮੋਰਚੇ ਦੀਆਂ ਜਿਹੜੀਆਂ ਇੱਥੇ ਆਪਾਂ 30 ਦੇ ਨੇੜੇ ਤੇੜੇ 32-33 ਜਥੇਬੰਦੀਆਂ ਕਹਿੰਦੇ ਸੀ, ਉਹ 32-33 ਜਥੇਬੰਦੀਆਂ ਦੀ ਸਪੋਰਟ ਉਸ ਕਿਸਮ ਨਾਲ ਨਹੀਂ ਮਿਲ ਰਹੀ। ਇੱਕ ਦੂਸਰਾ, ਇਸ ਦੇ ਵਿੱਚੋਂ ਇੱਕ ਗੱਲ ਜਿਹੜੀ ਹੋਰ ਨਵੀਂ ਸਾਹਮਣੇ ਆਈ ਹੈ, ਪਹਿਲਾਂ ਜਿਹੜੀ ਹੈ ਸਰਕਾਰ ਉਹ ਇੰਨੀ ਚਿੰਤਾ ਤੁਰ ਹੈ ਕਿ ਜੀ ਉਹ ਇੰਨੀ ਬਜ਼ਿੱਦ ਰਹੀ ਕਿ ਅਸੀਂ ਦਿੱਲੀ 'ਚ ਨਹੀਂ ਐਂਟਰ ਹੋਣ ਦੇਣਾ। ਹੁਣ ਜਦੋਂ ਕੋਈ ਮੋਰਚਾ ਜੰਤਰ ਮੰਤਰ 'ਤੇ ਜਾਂਦਾ ਹੈ ਤਾਂ ਸਰਕਾਰ ਵੱਲੋਂ, ਕੇਂਦਰ ਦੀ ਸਰਕਾਰ ਵੱਲੋਂ ਕੋਈ ਰੋਕਥਾਮ ਨਹੀਂ। ਇਸ ਕਰਕੇ ਇਹਦੇ ਅਰਥ ਇਹੀ ਨਿਕਲਣਗੇ ਕਿ ਕਿਤੇ ਨਾ ਕਿਤੇ ਦੱਬੀ ਸੁਰ ਵਿੱਚ ਜਾਂ ਤਾਂ ਸਰਕਾਰ ਸਹਿਮਤ ਹੈ, ਜਾਂ ਸਰਕਾਰ ਜਾਣ ਬੁੱਝ ਕੇ ਆਪਣੀ ਰਣਨੀਤੀ ਨਾਲ ਕਿਸੇ ਇੱਕ ਧਿਰ ਨੂੰ ਫਾਇਦਾ ਦੇ ਕੇ ਜਾਂ ਤਾਂ ਉਹਨੂੰ ਬਿਲਡ ਕਰ ਰਹੀ ਹੈ, ਜਾਂ ਮੋਰਚੇ ਨੂੰ ਖੇਰੂ ਕਰਨ ਦੇ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ। ਇਹ ਗੱਲ ਸਿੱਧੀ ਸਮਝ ਆ ਰਹੀ ਹੈ। ਹੁਣ ਉਹ ਕਿਸਾਨ ਕਿੰਨੇ ਕੁ ਸਿਆਣੇ ਨੇ, ਜਾਂ ਉਹਨਾਂ ਦਾ ਕੀ ਏਜੰਡਾ ਹੈ, ਜਾਂ ਜਿਹੜੀ ਕਿਸਾਨਾਂ ਦੀ ਇੱਕ ਧਿਰ ਉੱਥੇ ਜਾ ਰਹੀ ਹੈ ਉਹਦਾ ਕੀ ਏਜੰਡਾ ਹੈ, ਇਹ ਵਕਤ ਦੱਸੇਗਾ। ਹਾਲੇ ਇਸ 'ਤੇ ਆਪਾਂ ਕਿਸੇ ਸਿੱਟੇ 'ਤੇ ਪਹੁੰਚ ਜਾਈਏ ਜਾਂ ਕੋਈ ਦੋਸ਼ ਲਾ ਦਈਏ, ਮੈਨੂੰ ਲੱਗਦਾ ਇਹ ਗੱਲ ਠੀਕ ਨਹੀਂ ਹੋਏਗੀ। ਹਾਂ, ਆਪਾਂ ਉਸ ਦੇ ਪ੍ਰਭਾਵਾਂ ਦੇ ਅੰਦਾਜ਼ੇ ਲਗਾ ਸਕਦੇ ਹਾਂ ਕਿ ਅਗਰ ਇਹ ਮੋਰਚਾ ਲੱਗਦਾ ਹੈ ਤਾਂ ਇਸ ਦੇ ਪ੍ਰਭਾਵ ਕੀ ਪੈਣਗੇ। ਇਹਦੇ ਪ੍ਰਭਾਵ ਇਹ ਵੀ ਹੋ ਸਕਦੇ ਨੇ ਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਉਹਦੇ ਬਾਰੇ ਸਰਕਾਰੀ ਤੌਰ 'ਤੇ ਇਹ ਓਪੀਨੀਅਨ ਫੈਲਾਈ ਜਾਵੇ ਤੇ ਲੋਕਾਂ ਦੇ ਵਿੱਚ ਇਹ ਸੂਚਨਾ ਦਿੱਤੀ ਜਾਵੇ ਕਿ ਜਿਹੜਾ ਕਿਸਾਨ ਮੋਰਚਾ ਸੀ ਜੀ ਦੇਖੋ ਉਹ ਫਟ ਗਿਆ। ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਹੈ ਕਿ ਜਿਹੜੇ ਕਿਸਾਨ ਮੋਰਚੇ ਦੇ ਐਡੀ ਵੱਡੀ ਕਮੇਟੀ ਬਣਾਤੀ, ਉਹਦੇ ਵਿੱਚ 3 ਮੈਂਬਰ ਉਹਨਾਂ ਦੇ ਪਾਣੇ ਸੀ, 3 ਮੈਂਬਰ ਵੀ ਪਾਏ ਨਹੀਂ ਗਏ। ਬਲਵੀਰ ਸਿੰਘ ਰਾਜੇਵਾਲ ਤੇ ਸਹਿਮਤੀ ਨਹੀਂ ਹੋਏਗੀ। ਹੋ ਸਕਦਾ ਇੱਥੇ ਕਿਸੇ ਹੋਰ ਬੰਦੇ ਨੂੰ ਉਭਾਰ ਕੇ ਨੇਤਾ ਬਣਾ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਜਾਂ ਉੱਤਰੀ ਭਾਰਤ ਦੇ ਲੋਕਾਂ ਨੂੰ ਇਹ ਲੱਗੇ ਕਿ ਹੁਣ ਅੱਗੇ ਤੋਂ ਸਾਡੇ ਨੇਤਾ ਇਹ ਹੋਣਗੇ। ਇਹ 'ਚ ਕਮਾਲ ਦੀ ਗੱਲ ਇਹ ਹੈ ਕਿ ਜਿਹੜੇ ਦੂਜੇ ਕਿਸਾਨ ਨੇਤਾ ਨੇ ਉਹਨਾਂ ਵੱਲੋਂ ਖੁੱਲ੍ਹ ਕੇ ਅਜੇ ਕੋਈ ਸਟੇਟਮੈਂਟਸ ਨਹੀਂ ਆ ਰਹੀਆਂ ਕਿ ਉਹ ਇਸ ਧਿਰ ਦੇ ਠੋਕ ਕੇ ਵਿਰੋਧ 'ਚ ਨੇ, ਠੋਕ ਕੇ ਹੱਕ 'ਚ ਨੇ। ਉਹ ਵੀ ਹਾਲੇ ਮੇਰਾ ਖਿਆਲ ਹੈ ਆਪਣੇ ਪਰਤੋਲਣ 'ਚ ਲੱਗੇ ਹੋਏ ਨੇ ਸਾਰੇ। ਦਬਵੀਂ ਸੁਰ 'ਚ ਜ਼ਰੂਰ ਠੀਕ ਹੈ, ਦੇਖੋ ਕਿਸਾਨਾਂ ਦੀਆਂ ਮੰਗਾਂ ਨੇ, ਇਹ ਤਾਂ ਵਿਰੋਧ ਤਾਂ ਇਹਦਾ ਕੋਈ ਵੀ ਨਹੀਂ ਕਰੇਗਾ ਕਿਸਾਨ, ਪਰ ਜਿਹੜੀਆਂ ਬਾਕੀ ਕਿਸਾਨ ਜਥੇਬੰਦੀਆਂ ਨੇ ਉਹ ਖੁਦ ਪਾਰਟਿਸਿਪੇਟ ਕਰਦੀਆਂ ਨੇ ਜਾਂ ਨੈਤਿਕ ਤੌਰ 'ਤੇ ਇਹਦੀ ਸਪੋਰਟ ਕਰਦੀਆਂ ਨੇ, ਉਹ ਸਮਾਂ ਦੱਸੇਗਾ। ਅਗਲੀ ਗੱਲ ਇਹਦੇ ਵਿੱਚ ਸਭ ਤੋਂ ਵੱਡੀ ਇਹ ਹੋਏਗੀ ਕਿ ਇਹ ਜਿਹੜਾ ਡੱਲੇਵਾਲ ਦੀ ਅਗਵਾਈ 'ਚ ਕਿਸਾਨ ਮੋਰਚੇ ਵੱਲੋਂ ਇਹ ਅੰਦੋਲਨ ਸ਼ੁਰੂ ਕੀਤਾ ਗਿਆ ਹੈ, ਇਹ ਅੰਦੋਲਨ ਲੰਮੇ ਚਿਰ ਲਈ ਚੱਲੇਗਾ? ਕੀ ਇਹਦੇ ਵਿੱਚ ਪਬਲਿਕ ਸਪੋਰਟ ਪਹਿਲਾਂ ਵਾਂਗੂ ਮਿਲੇਗੀ? ਕੀ ਉੱਥੇ ਜਿਹੜੇ ਪ੍ਰਬੰਧ ਹੋਣਗੇ ਪਹਿਲਾਂ ਵਾਂਗੂ ਹੋਣਗੇ? ਇਹ ਅਜੇ ਮੈਨੂੰ ਲੱਗਦਾ ਵੱਡੀ ਕਸੌਟੀ ਹੈ ਤੇ ਚੈਲੰਜ ਤੇ ਇਹ ਜੇ ਦੇਖਣਾ ਪਏਗਾ। ਉਸ ਦੇਖਣ ਤੋਂ ਬਾਅਦ ਹੀ ਕਿਸੇ ਸਿੱਟੇ ਤੇ ਆਪਾਂ ਜਾ ਸਕਦੇ ਹਾਂ। ਪਰ ਇਸ ਤੇ ਇਹ ਜ਼ਰੂਰ ਹੈ
ਕਿ ਜੇਕਰ ਇਹ ਮੋਰਚਾ ਚੱਲਦਾ ਹੈ, ਠੀਕ ਹੈ ਕਿ ਨਹੀਂ, ਇਹ ਮੋਰਚਾ ਸਟੇਟ ਦੀ ਸਰਕਾਰ ਦੇ ਖਿਲਾਫ ਹੋਏਗਾ ਕਿ ਹੱਕ 'ਚ ਹੋਏਗਾ, ਇਹ ਵੀ ਕੋਈ ਸਮਝ ਨਹੀਂ ਲੱਗਦੀ ਅਜੇ। ਕਿਉਂਕਿ ਜਿਹੜੀ ਸਾਡੀ ਸਰਕਾਰ ਉਹਦੇ ਸਟੇਟ ਦੀ ਆਮ ਆਦਮੀ ਪਾਰਟੀ ਦੀ, ਉਹਦਾ ਹਾਲੇ ਮੋਰਚੇ ਨਾਲ ਕੋਈ ਕੰਟਰਾਡਿਕਸ਼ਨ ਨਹੀਂ ਆ ਰਹੀ। ਉਹਨਾਂ ਵੱਲੋਂ ਕੋਈ ਬਿਆਨ ਨਹੀਂ ਕਿ ਅਸੀਂ ਇਹਦੇ ਵਿਰੋਧ 'ਚ ਜਾਂ ਇਹਦੇ ਹੱਕ 'ਚ ਜਾਂ ਕੀ ਹੈ। ਸੋ ਇਸ ਕਰਕੇ ਇਹਦੇ ਬਹੁਪੱਖੀ ਜੇ ਪ੍ਰਭਾਵ ਮੈਨੂੰ ਲੱਗਦੇ ਨੇ। ਅਲਟੀਮੇਟਲੀ ਤਾਂ ਇੰਪੋਰਟੈਂਟ ਤਾਂ ਇਹੀ ਹੋਣਗੇ ਕਿ ਇਸ ਅੰਦੋਲਨ ਦੇ ਰਾਜਨੀਤਿਕ ਪ੍ਰਭਾਵ ਕੀ ਪੈਣਗੇ, ਵਿਸ਼ਲੇਸ਼ਣ ਤਾਂ ਇਹੀ ਹੋਣਾ ਚਾਹੀਦਾ। ਉਹ ਮੈਨੂੰ ਇਹ ਲੱਗਦਾ ਕਿ ਇਸ ਗੱਲ ਤੋਂ ਜੋ ਆਪਾਂ ਦੇਖ ਰਹੇ ਹਾਂ ਉਹ ਇਹ ਹੈ, ਰਾਜਨੀਤਿਕ ਪਾਰਟੀਆਂ ਦੇ ਦਾ ਪ੍ਰਭਾਵ ਜੋ ਆਪਾਂ ਡਿਸਕਸ ਕੀਤਾ ਇਹ ਲੱਗ ਰਿਹਾ ਹੈ ਕਿਸੇ ਵੀ ਵੱਡੀ ਰਾਜਨੀਤਿਕ ਪਾਰਟੀ ਨੂੰ ਹਾਲੇ ਦਾ ਕੋਈ ਫਾਇਦਾ ਨਹੀਂ ਮਿਲਣ ਲੱਗਿਆ। ਕਿਸਾਨ ਕਿੰਨੇ ਕੁ ਮੋਬਲਾਈਜ਼ ਹੋ ਜਾਣਗੇ ਇਸ ਦੇ ਉੱਪਰ ਜਿਵੇਂ ਪਹਿਲਾਂ ਹੋ ਗਏ ਸੀ, ਪਰੰਤੂ ਇਹਦੇ ਵਿੱਚ ਜਿਹੜੀ ਇੱਕ ਗੱਲ ਡੱਲੇਵਾਲ ਬਾਰ-ਬਾਰ ਉਭਾਰ ਰਹੇ ਨੇ, ਕੁਝ ਲੋਕਾਂ ਤੇ ਉਹ ਕਹਿ ਰਹੇ ਨੇ ਕਿ ਜੀ ਉਹ ਤਾਂ ਕਾਮਰੇਡ ਹੈ, ਉਹ ਤਾਂ ਕਾਮਰੇਡ ਹੈ, ਪਰ ਇਸ ਦੇ ਨਾਲ ਮੈਨੂੰ ਇਹ ਲੱਗਦਾ ਕਿ ਉਹ ਡਿਫਾਈਨ ਇਹ ਕਰਨਾ ਚਾਹੁੰਦੇ ਨੇ ਕਿ ਇਕੱਲੀ ਕੁਛ ਇੱਕ ਧਿਰ ਹੈ ਜਿਹੜੀ ਕਿਸੇ ਸਪੈਸ਼ਲ ਆਈਡੀਆਲੋਜੀ ਨਾਲ ਸੰਬੰਧਿਤ ਹੋਵੇ ਜਾਂ ਕਿਸੇ ਵਿਸ਼ੇਸ਼ ਰਾਜਨੀਤਿਕ ਵਿੰਗ ਨੂੰ ਫਾਇਦਾ ਦੇਣਾ ਚਾਹੁੰਦੀ ਹੋਵੇ। ਜਿਸ ਕਿਸਮ ਦੇ ਬਿਆਨ ਉਹਨਾਂ ਦੇ ਆ ਰਹੇ ਨੇ ਉਸ ਤੋਂ ਅੰਦਾਜ਼ਾ ਇਹ ਲਾਇਆ ਜਾ ਸਕਦਾ ਹੈ ਕਿ ਉਹ ਸਮੁੱਚੀਆਂ ਧਿਰਾਂ ਨੂੰ ਜਾਂ ਸਮੁੱਚੇ ਕਿਸਾਨਾਂ ਦੀ ਗੱਲ ਕਰਨ ਦੀ ਬਜਾਏ, ਉਹਨਾਂ ਨੂੰ ਜੋੜਨ ਦੀ ਬਜਾਏ ਉਧਰ ਨੂੰ ਨਹੀਂ ਵਧ ਰਹੇ। ਇਹ ਲੱਗ ਰਿਹਾ, ਪਤਾ ਨਹੀਂ ਉਹ ਜਾਣ ਕੇ ਕਰ ਰਹੇ ਨੇ ਜਾਂ ਵੈਸੇ ਹੀ ਅਜੇ ਸ਼ੁਰੂ ਹੈ। ਲੱਗ ਇਹ ਰਿਹਾ ਕਿ ਇਹ ਇੱਕ ਵਿਸ਼ੇਸ਼ ਸਿਆਸੀ ਧਿਰ ਨੂੰ ਫਾਇਦਾ ਦੇਣ ਲਈ ਇਹਦੇ ਪ੍ਰਭਾਵ ਹੋਣਗੇ। ਮੈਂ ਨਹੀਂ ਕਹਿੰਦਾ ਕਿ ਉਹ ਜਾਣਬੁੱਝ ਕੇ ਇੱਦਾਂ ਹੋ ਰਿਹਾ, ਹੋ ਸਕਦਾ ਅੰਦੋਲਨ ਕਿਸਾਨਾਂ ਦਾ ਹੋਵੇ ਜਿਸ ਤਰ੍ਹਾਂ ਅੰਦੋਲਨ ਕਿਸਾਨਾਂ ਦਾ ਸੀ, ਕੁੱਲ ਮਿਲਾ ਕੇ ਫਾਇਦਾ ਆਮ ਆਦਮੀ ਪਾਰਟੀ ਨੂੰ ਮਿਲਿਆ। ਇਹ ਤਾਂ ਠੀਕ ਹੈ ਨਾ, ਮਤਲਬ ਆਉਣ ਵਾਲੇ ਸਮੇਂ 'ਚ ਵੀ ਕੋਈ ਇਹ ਇੱਦਾਂ ਦਾ ਪ੍ਰੋਗਰਾਮ ਹੋ ਸਕਦਾ, ਇਹਦੇ ਰਿਜ਼ਲਟ ਇੱਦਾਂ ਦੇ ਹੋ ਸਕਦੇ ਨੇ। ਧਾਲੀਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਵਿਚਾਰ ਰੱਖਣ। ਮਿਹਰਬਾਨੀ ਜੀ, ਮਿਹਰਬਾਨੀ ਜੀ। ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ। ਤੁਸੀਂ ਕਿਸਾਨੀ ਮਸਲੇ 'ਤੇ ਚਰਚਾ ਕੀਤੀ ਕਿਉਂਕਿ ਕਿਤੇ ਨਾ ਕਿਤੇ ਲੱਗਦਾ ਕਿ ਕਿਸਾਨ ਆਗੂ ਫਿਰ ਮੁੜ ਉਸੇ ਰੌਂ ਦੇ ਵਿੱਚ ਹੈ ਕਿ ਅਸੀਂ ਇੱਕ ਵਾਰ ਫਿਰ ਜਿੱਡਾ ਅੰਦੋਲਨ ਪਹਿਲਾਂ ਖੜਾ ਕੀਤਾ ਸੀ ਉੱਡਾ ਅੰਦੋਲਨ ਖੜਾ ਕਰਕੇ ਅਸੀਂ ਜਿਹੜੀਆਂ ਕਿਸਾਨੀ ਮੰਗਾਂ ਨੇ ਉਹ ਮਨਵਾ ਸਕੀਏ। ਵਿਚਲੀ ਗੱਲ ਕੀ ਹੈ ਧਾਲੀਵਾਲ ਸਾਹਿਬ ਨੇ ਤੁਹਾਡੇ ਨਾਲ ਜ਼ਿਕਰ ਕਰ ਦਿੱਤੀ ਹੈ। ਤੁਸੀਂ ਹਰ ਵਾਰ ਦੀ ਤਰ੍ਹਾਂ ਆਪਣੀ ਜੋ ਫੀਡ ਹੈ ਉਹ ਫੀਡ ਬਾਕਸ ਦੇ ਵਿੱਚ, ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਭੇਜੋ, ਅਤੇ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਰਣ ਚੈਨਲ ਪੰਜਾਬੀ। ਧੰਨਵਾਦ।